ਤੇ ਅਮਰਤਪਾਲ ਕੋਈ ਅਲੋਕਾਰ ਪ੍ਰਚਾਰ ਤਾਂ ਨਹੀਂ ਕਰ ਰਿਹਾ। ਹੀਰਾ ਆ ਗਈਆਂ ਹੁਣ ਲੋਕ ਉਹਦੇ ਮਗਰ ਆ ਗਏ, ਕਿਹੜਾ ਰੱਸੀ ਨਾਲ ਬੰਨ੍ਹ ਕੇ ਲਿਆਇਆ। ਐਸਆਈ ਜਦੋਂ ਕਰਦੇ ਆ ਕਿੰਨੀਆਂ ਵੀਰਾਂ ਨੇ ਆ ਵੇਖੋ ਹੁਣੇ ਚਰਚਾ ਦੇ ਉੱਤੇ ਕੀਤੇ ਆ ਨਾ ਇਨਕਮ ਟੈਕਸ ਦੇ ਰੇਡ ਤੇ ਕਿੰਨੇ ਕਰੋੜਾਂ ਰੁਪਇਆ ਫੜੇ ਗਏ ਕਿ ਨਹੀਂ। ਤੇ ਉਹਨੂੰ ਚਲਾਉਣ ਵਾਲੇ ਕੀ ਹੈ, ਜੱਟਾਂ ਦੇ ਮੁੰਡੇ ਅਨਪੜ੍ਹ। ਮੈਨੂੰ ਪੱਕੀ ਗੱਲ ਆ, ਪੰਜਾਬ ਦਾ ਬੰਦਾ ਤਾਂ ਇਹੋ ਜਿਹੇ ਨਾਂ ਨਹੀਂ ਧਰ ਸਕਦਾ, ਨਾ ਤਾਂ ਕਿਤੇ ਨਾ ਕਿਤੇ ਇੰਪੋਰਟ ਕੀਤੇ ਆ। ਭਾਈ ਅਮਰਤਪਾਲ ਸਿੰਘ ਦੀ ਜਦੋਂ ਗੱਲ ਹੁੰਦੀ ਹੈ ਤਾਂ ਕਹਿੰਦੇ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ, ਇਹ ਭੜਕਾਉਂਦਾ ਹੈ ਤੁਹਾਨੂੰ। ਉਹ ਏਜੰਸੀਆਂ ਨੇ ਭੇਜਤਾ, ਉਹ ਲੋਕਾਂ ਨਾਲ ਰੂਬਰੂ ਹੋ ਰਹੇ ਸਨ ਸੰਗਤ ਦੇ, ਤਾਂ ਉੱਥੇ ਕੁਝ ਨੌਜਵਾਨ ਆਏ ਜਿਨ੍ਹਾਂ ਨੇ ਕੋਈ ਮਸਲਾ ਸੀ ਉਹਨਾਂ ਦਾ ਧਾਰਮਿਕ ਤੌਰ ਤੇ, ਉਹ ਚਾਹੇ ਈਸਾਈ ਬਣਾਉਣ ਦਾ ਸੀ ਜਾਂ ਕੁਝ ਵੀ ਸੀ, ਤਾਂ ਉਹ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਮੇਰੀਆਂ ਕੋਈ ਦੇਵੀ ਵਾਂਗੂ ਇੰਨੀਆਂ ਬਾਹਾਂ ਤੇ ਹੈ ਨਹੀਂ ਗੀਆਂ ਵੀ ਤੁਸੀਂ ਨਹੀਂ ਉੱਥੇ ਇਸ ਨਜਿੱਠ ਸਕਦੇ ਇਸ ਮਸਲੇ ਨੂੰ। ਹੁਣ ਇਸ ਗੱਲ ਨੂੰ ਲੈ ਕੇ ਹਿੰਦੂ ਜਥੇਬੰਦੀ ਜਿਹੜੇ ਨੇ ਧਾਰਮਿਕ ਭਾਵਨਾ ਨੂੰ ਭੜਕਾਉਣ ਦਾ 295 ਏ ਲਾਉਣ ਦਾ ਉਸ ਤੇ ਮੰਗ ਕਰਦੇ ਨੇ। ਬਾਪੂ ਜੀ ਤੁਹਾਨੂੰ ਕੋਈ ਨਿੱਜੀ ਸਵਾਲ ਕਰਦਾ, ਗੁੱਸਾ ਤਾਂ ਨਹੀਂ ਕਰਦੇ? 7 ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਖਤਰਨਾਕ ਨੇ, ਧਰਮ, ਜਾਤ, ਰੰਗ, ਨਸਲ, ਇਲਾਕਾ, ਬੋਲੀ, ਪਹਿਰਾਵਾ। ਇਹ 7 ਭਾਵਨਾਵਾਂ ਭੜਕਾਈਆਂ ਜਾਂਦੀਆਂ ਨੇ। ਜਦੋਂ ਵੀ ਇਹਨਾਂ 7 ਤੇ ਗੱਲ ਹੁੰਦੀ ਆ, ਇਸ ਵਿਚਾਰਧਾਰਾ ਨੂੰ ਬੋਲਦੇ ਆ ਨਾਜੀਵਾਦ। ਇਹ ਨਾਜੀਵਾਦੀ ਵਿਚਾਰਧਾਰਾ ਹੈ। ਨਾਜੀਵਾਦੀ ਵਿਚਾਰਧਾਰਾ ਦਾ ਇੱਕ ਵਾਰ ਸਾਰੀਆਂ ਇਨਕਲਾਬੀ ਮੂਵਮੈਂਟਾਂ ਨੂੰ ਖਾ ਜਾਂਦਾ। ਔਰ ਦੁਨੀਆ ਦੇ ਜਿੰਨੇ ਵੀ ਅੱਤਵਾਦੀ ਸੰਗਠਨ ਨੇ, ਆਤੰਕਵਾਦੀ ਸੰਗਠਨ ਨੇ, ਸਾਰਿਆਂ ਨੂੰ ਪੈਸਾ ਕੌਣ ਦਿੰਦਾ? ਅਮਰੀਕਾ। ਸਾਰਿਆਂ ਨੂੰ ਸਪੋਰਟ ਕੌਣ ਦਿੰਦਾ? ਅਮਰੀਕਾ। ਸਾਰਿਆਂ ਨੂੰ ਹਰ ਤਰ੍ਹਾਂ ਦੇ ਹਥਿਆਰਾਂ ਤੱਕ ਕੌਣ ਦਿੰਦਾ? ਅਮਰੀਕਾ। ਮੁੜ ਕੇ ਅਮਰੀਕਾ ਉਹਨਾਂ ਨਾਲ ਲੜਦਾ। ਇੱਕ ਪੰਜਾਬੀ 'ਚ ਕਹਾਵਤ ਹੁੰਦੀ ਹੈ ਕਿ ਜਦੋਂ ਕੁੱਤੇ ਦੀ ਮੌਤ ਹੁੰਦੀ ਹੈ ਨਾ ਤਾਂ ਮਸੀਤੇ ਚੜ੍ਹ ਜਾਂਦਾ ਹੁੰਦਾ। ਅੱਜ ਆਪਣੇ ਨਾਲ ਨੇ ਬਾਪੂ ਬਲਕੌਰ ਸਿੰਘ ਜੀ, ਤੇ ਇਹਨਾਂ ਨਾਲ ਆਪਾਂ ਚਲੰਤ ਮਸਲਿਆਂ ਤੇ ਹੀ ਗੱਲਬਾਤ ਕਰਾਂਗੇ। ਬਾਪੂ ਜੀ, ਭਾਈ ਅਮਰਤਪਾਲ ਸਿੰਘ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਨੇ ਸਿੱਖੀ ਦਾ, ਇਸ ਦੇ ਨਾਲ ਅੰਮ੍ਰਿਤ ਸੰਚਾਰ ਦਾ, ਤੁਸੀਂ ਉਹਨਾਂ ਦੀਆਂ ਇਹਨਾਂ ਫੇਰੀਆਂ ਨੂੰ ਕਿਵੇਂ ਵੇਖਦੇ ਹੋ? ਦੇਖੋ ਬੇਟਾ, ਹਰ ਬੰਦੇ ਨੂੰ ਆਪਣੀ ਮਰਿਆਦਾ ਅਨੁਸਾਰ, ਆਪਣੇ ਧਰਮ ਅਨੁਸਾਰ ਪ੍ਰਚਾਰ ਕਰਨ ਦਾ ਅਧਿਕਾਰ ਹੈ। ਹਿੰਦੁਸਤਾਨ 'ਚ ਕਿਹੜੇ ਬੰਦੇ ਪ੍ਰਚਾਰ ਨਹੀਂ ਕਰਦੇ? ਤੇ ਅਮਰਤਪਾਲ ਕੋਈ ਅਲੋਕਾਰ ਪ੍ਰਚਾਰ ਤਾਂ ਨਹੀਂ ਕਰ ਰਿਹਾ। ਉਹ ਕੀ ਕਹਿੰਦਾ ਵੀ ਭਾਈ ਅੰਮ੍ਰਿਤ ਛਕੋ, ਕਿਉਂਕਿ ਸਾਡੇ ਤੇ ਜਿਹਨੂੰ ਆਪਾਂ ਕਹਿੰਦੇ ਆ ਵੀ ਮਨਮੁਖਤਾ ਜ਼ਿਆਦਾ ਆ ਗਈ। ਇਹ ਪੱਕੀ ਗੱਲ ਹੈ। ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਨਾ, ਉਸ ਤੋਂ ਸਾਨੂੰ ਦੂਰ ਕੁਝ ਸਮੇਂ ਨੇ, ਕੁਝ ਸਮੇਂ ਦੀਆਂ ਸਰਕਾਰਾਂ ਨੇ, ਕੁਝ ਸਮੇਂ ਦੀਆਂ ਲਹਿਰਾਂ ਨੇ ਸਾਨੂੰ ਪਿੱਛੇ ਸਿੱਟਿਆ। ਠੀਕ ਹੈ ਨਾ? ਤੇ ਉਹ ਇਸ ਗੱਲ ਨੂੰ ਕਰਦਾ, ਤੇ ਇਹਦੇ ਤੇ ਮੇਰਾ ਖਿਆਲ ਸਾਡੇ ਕੋਲ ਕੋਈ ਡਰਨ ਵਾਲੀ ਤਾਂ ਕੋਈ ਚੀਜ਼ ਨਹੀਂ। ਜੇ ਕੋਈ ਗਲਤ ਮੂੰਹ ਚੱਕੂ ਤਾਂ ਦੱਸਿਆ ਜਾਂਦਾ ਵੀ ਆ ਭਾਈ ਕਾਕਾ ਗਲਤ ਕਹਿ ਰਿਹਾ ਹੈ, ਤਾਂ ਉਮਰ ਦਾ ਬੱਚਾ ਹੀ ਉਹ, ਕਿੰਨੀ ਕਿ 40 ਸਾਲ ਤੋਂ ਵੱਧ ਤਾਂ ਉਮਰ ਨਹੀਂ ਹੋਣੀ, 40-45 ਤੋਂ ਵੱਧ ਨਹੀਂ ਹੈ ਸਕਦਾ ਮੇਰਾ ਖਿਆਲ ਉਹ। ਤੇ ਕਿਹਾ ਜਾ ਸਕਦਾ ਵੀ ਕਾਕਾ ਤਾਂ ਜੱਜਦੀ ਨਹੀਂ ਭਾਈ। ਸਿੱਖ ਵਿਦਵਾਨ ਇਕੱਠੇ ਹੋ ਕੇ ਕਹਿ ਸਕਦੇ ਆ, ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਬੜੇ ਵਿਦਵਾਨ ਨੇ, ਉਹ ਵੀ ਕਹਿ ਸਕਦੇ ਆ। ਤੇ ਉਹਦੇ ਨਾਲ ਬੇਲੋੜਾ ਮੇਰਾ ਖਿਆਲ ਜਿਹੜਾ ਨਾ ਹੋ ਹੱਲਾ ਜਿਹੜਾ ਕਰਨਾ ਹੈ ਉਹ ਜੱਜਦਾ ਨਹੀਂ। ਉਹ ਕਈ ਕਹਿਣਗੇ ਜੀ ਉਹਦੇ ਮਗਰ ਵੀ ਹੀਰਾ ਆ ਗਈਆਂ ਹੁਣ ਲੋਕ ਉਹਦੇ ਮਗਰ ਆ ਗਏ, ਕਿਹੜਾ ਰੱਸੀ ਨਾਲ ਬੰਨ੍ਹ ਕੇ ਲਿਆਇਆ। ਹੀਰਾ ਤਾਂ ਤੁਸੀਂ ਜਿਹੜਾ ਮਰਜ਼ੀ ਫੰਕਸ਼ਨ ਕਰ ਲਓ ਉੱਥੇ ਆ ਜਾਂਦੀਆਂ। ਐਸਆਈ ਜਦੋਂ ਕਰਦੇ ਆ ਕਿੰਨੀਆਂ ਵੀਰਾਂ ਨੇ ਆ ਵੇਖੋ ਹੁਣੇ ਚਰਚਾ ਦੇ ਉੱਤੇ ਕੀਤੇ ਆ ਨਾ ਇਨਕਮ ਟੈਕਸ ਦੇ ਰੇਡ ਤੇ ਕਿੰਨੇ ਕਰੋੜਾਂ ਰੁਪਇਆ ਫੜੇ ਗਏ ਕਿ ਨਹੀਂ। ਤੇ ਉਹਨੂੰ ਚਲਾਉਣ ਵਾਲੇ ਕੀ ਹੈ, ਜੱਟਾਂ ਦੇ ਮੁੰਡੇ ਅਨਪੜ੍ਹ। ਫਿਰ ਉਹੀ ਗੱਲ ਹੋ ਗਈ, ਉਹ ਜੱਟਾਂ ਦੇ ਮੁੰਡੇ ਅਨਪੜ੍ਹ। ਕੀ ਆਖਣਾ, ਇੱਕ ਅੱਧੇ ਬੰਦੇ ਨੇ ਜੀ ਕਹਿੰਦਾ ਮਤਲਬ ਜਿਹੜੀ ਮਾਸਟਰੀ ਛੱਡ ਕੇ ਆਏ, ਹੁਣ ਟੀਚਰ ਹੋਣਾ, ਕੋਈ ਰਿਟਾਇਰ ਹੋਇਆ। ਇੱਕ ਬੰਦੇ ਤਾਂ ਕੈਦ ਹੋਈ ਹੋਈ ਸੀ, ਉਹ ਵੀ ਵਿੱਚ ਆ ਗਿਆ। ਹੁਣ ਵੇਖੋ ਚਰਚ ਆਫ ਗਲੋਰੀ ਐਂਡ ਵਿਜ਼ਡਮ, ਜਾਂ ਚਰਚ ਆਫ ਵਿਜ਼ਡਮ ਐਂਡ ਗਲੋਰੀ ਕਹੇ ਨਾਂ ਵਧੀਆ ਧਰਿਆ। ਮੈਨੂੰ ਪੱਕੀ ਗੱਲ ਆ, ਪੰਜਾਬ ਦਾ ਬੰਦਾ ਤਾਂ ਇਹੋ ਜਿਹੇ ਨਾਂ ਨਹੀਂ ਧਰ ਸਕਦਾ, ਨਾ ਤਾਂ ਕਿਤੇ ਨਾ ਕਿਤੇ ਇੰਪੋਰਟ ਕੀਤੇ ਆ। ਉਹ ਹੁੰਦੇ ਆ ਪਰ ਠੀਕ ਨਹੀਂ, ਇਸ ਕਰਕੇ ਸਾਰੇ ਕਰਦੇ ਨੇ। ਤੁਹਾਡੀ ਇਸ ਗੱਲ ਦੇ ਵਿੱਚ ਇੱਕ ਵੱਡੀ ਗੱਲ ਨਿਕਲ ਵੀ ਨਾਮ ਕਿਤੋਂ ਇੰਪੋਰਟ ਕੀਤੇ ਲੱਗ ਜਾਂਦੇ ਆ। ਪਤਾ ਲੱਗ ਜਾਂਦਾ ਵੀ ਬੰਦਾ ਕਿਸ ਢੰਗ ਦੀ ਅੰਗਰੇਜ਼ੀ ਬੋਲਦਾ, ਉਹਦੇ ਮਗਰ ਕੌਣ ਹੈ। ਪੰਜਾਬ ਦਾ ਬੰਦਾ ਇੰਨਾ ਵਧੀਆ ਜਿਹੜਾ ਪੇਂਡੂ ਬੰਦਾ ਹੋਵੇ, ਪੜ੍ਹਿਆ ਹੋਵੇ ਨਾ ਹੋਵੇ, ਉਹਨੂੰ ਕੀ ਪਤਾ ਵੀ ਆ ਮੈਂ ਲਫ਼ਜ਼ ਇਹੋ ਜਿਹਾ ਨਾਂ ਧਰਨਾ। ਠੀਕ ਹੈ ਨਾ? ਤੇ ਜਿਹੜਾ ਬਲੈਤੀ ਨਾਂ ਧਰੂਗਾ, ਤੇ ਕੁਦਰਤੀ ਗੱਲ ਆ, ਬਲੈਤੀ ਬੰਦੇ ਦੀ ਸੋਚ ਵਾਲਾ, ਉਹਨੂੰ ਮੋਟੀਵੇਟ ਕਰਨ ਵਾਲਾ ਉਹੀ ਬੰਦਾ ਦੱਸ ਸਕਦਾ। ਇਹੋ ਜਾਂਦਾ। ਤੁਸੀਂ ਅਫਸਰ ਰਹੇ ਹੋਗੇ, ਲਗਾਤਾਰ ਤੁਹਾਡਾ ਤਜਰਬਾ ਹੈ। ਭਾਈ ਅਮਰਤਪਾਲ ਸਿੰਘ ਦੀ ਜਦੋਂ ਗੱਲ ਹੁੰਦੀ ਹੈ ਤਾਂ ਕਹਿੰਦੇ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ, ਇਹ ਭੜਕਾਉਂਦਾ ਹੈ ਤੁਹਾਨੂੰ, ਤੁਹਾਡਾ ਕੀ ਇਸ ਤੇ? ਦੇਖੋ ਬੇਟਾ, ਉਹਦੇ ਕੋਲੇ ਕਿਹੜੀ ਤੋਪ ਹੈ ਜਿਹੜੇ ਨਾਲ ਉਹ ਮਾਹੌਲ ਖਰਾਬ ਕਰ ਦੂ? ਦੇਖੋ ਤਾਂ ਸੀ ਨਾ, ਜ਼ਿਆਦਾ ਦੱਗੇ ਨਾ ਵੀ ਅਮਰਤਪਾਲ ਸਿੰਘ ਕੋਲੇ ਭਾਈ ਆਹ ਤੋਪ ਹੈ, ਜੇ ਕਿਤੇ ਚਲਾਤੀ ਤੇ ਹਿਮਾਲਿਆ ਪਰਬਤ ਹੱਲ ਜੂ।
ਉਹਦੇ ਪਤਾ ਤਾਂ ਲੱਗੇ ਨਾ। ਬੇਨਤੀ ਹੀ ਕਰਦਾ ਫਿਰਦਾ ਵੀ ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਹੈਂ ਤੇ ਆਪਾਂ ਬਾਬੇ ਦੇ ਲੜ ਲੱਗੋ, ਗੁਰੂਆਂ ਦੇ ਲੜ ਲੱਗੋ, ਬਾਣੀ ਦੇ ਲੜ ਲੱਗੋ, ਬਾਬੇ ਨਾਨਕ ਦੇ ਲੜ ਲੱਗੋ, ਆਹੀ ਹੈ। ਤੇ ਉਹਦੇ ਵਿੱਚੋਂ ਕਿਹੜੀ ਬਦਬੂ ਆਉਂਦੀ ਆ ਜਿਹੜੀ ਦੇਸ਼ ਨੂੰ ਖਤਰੇ ਦੀ ਆ? ਕਈ ਤਾਂ ਉਹਨੂੰ ਕਹਿੰਦੇ ਜੀ ਉਹ ਏਜੰਸੀਆਂ ਨੇ ਭੇਜਤਾ। ਫਿਰ ਏਜੰਸੀਆਂ ਕਿਹਦੀਆਂ? ਏਜੰਸੀਆਂ ਕਿਹਦੀਆਂ? ਦੇਸ਼ ਦੀਆਂ। ਫਿਰ ਤਾਂ ਏਜੰਸੀਆਂ ਕਸੂਰਵਾਰ ਹੈ ਬਾਬਾ ਥੋੜਾ। ਮੰਨ ਲਓ ਕਿਸੇ ਏਜੰਸੀ ਨੇ ਭੇਜਤਾ, ਜਿਵੇਂ ਅਕਸਰ ਇਹ ਬੋਲਦੇ ਆ, ਤੇ ਫਿਰ ਇਹ 'ਚ ਦਾ ਕੀ ਕਸੂਰ ਹੈ? ਫਿਰ ਤਾਂ ਏਜੰਸੀਆਂ ਦਾ ਕਸੂਰ ਹੈ ਜਿਨ੍ਹਾਂ ਨੇ ਕਰਤੂਤਾ ਕਰਦੇ ਨੇ। ਇੱਕ ਬੰਦਾ ਹੈ, ਇੱਕ ਸਧਾਰਨ ਬੰਦਾ, 12 ਜਮਾਤਾਂ ਪਾਸ ਹੈ, ਟਰੱਕ ਵਿਚਾਰੇ ਨੇ ਚਲਾਇਆ, ਆਪਣੀ ਜ਼ਿੰਦਗੀ ਖੇਡਦਾ ਇੱਧਰ ਆ ਗਿਆ, ਤੇ ਜੇ ਉਹਦੇ ਮਗਰ ਕੋਈ ਬੰਦਾ ਚਲਾਕੀ ਨਾਲ ਲੱਗਦਾ ਹੈ, ਇਹ 'ਚ ਉਹਦਾ ਕੀ ਕਸੂਰ ਹੈ? ਉਹ ਲੱਗਣ ਵਾਲੇ ਦਾ ਕਸੂਰ ਹੈ। ਸ਼ੈਤਾਨੀ ਤਾਂ ਉਹਦੀ ਹੈ, ਤੇ ਸ਼ੈਤਾਨ ਨੂੰ ਕੌਣ ਪਾਲ ਰਿਹਾ? ਉਹ ਸਰਕਾਰ ਪਾਲ ਰਹੀ ਹੈ। ਤੇ ਫਿਰ ਆਪਾਂ ਸਰਕਾਰ ਨੂੰ ਦੋਸ਼ੀ ਬਣਾਓ ਵੀ ਭਾਈ ਆ ਤੂੰ ਕੀ ਧੰਦਾ ਕਰ, ਤੂੰ ਦੇਸ਼ ਦਾ ਕੰਮ ਕਰ, ਨਾ ਕਿ ਦੇਸ਼ ਦੇ ਕਵਾੜੇ ਕਰ। ਤੇ ਅਜੇ ਤੱਕ ਉਹਨੇ ਘੱਟੋ ਘੱਟ ਇਹ ਨਹੀਂ ਕਿਸੇ ਨੂੰ ਕਿਹਾ ਵੀ ਸਿੱਖ ਨੂੰ ਹਿੰਦੂ ਤੋਂ ਖਤਰਾ ਹੈ, ਜਾਂ ਸਿੱਖ ਨੂੰ ਮੁਸਲਮਾਨ ਤੋਂ ਖਤਰਾ ਹੈ, ਜਾਂ ਸਿੱਖ ਨੂੰ ਈਸਾਈ ਤੋਂ ਖਤਰਾ। ਉਹਨੇ ਕੋਈ ਇਹੋ ਜਿਹਾ ਸ਼ਬਦ ਨਹੀਂ ਕਿਹਾ। ਉਹਦਾ ਨਹੀਂ ਭਾਈ ਆਪਾਂ ਨਸ਼ਿਆਂ ਤੋਂ ਬਚੋ, ਗੁਰਬਾਣੀ ਦੇ ਲੜ ਲੱਗੋ, ਇੰਨੀ ਕੀ ਗੱਲ ਕਹਿੰਦਾ। ਤੀਜੀ ਤਾਂ ਮੇਰੇ ਕੋਲ ਮੈਨੂੰ ਉਹਦੀ ਮੈਂ ਗੱਲ ਨਹੀਂ ਸੁਣੀ ਅੱਜ ਤੱਕ। ਨਹੀਂ, ਇੱਕ ਪਿਛਲੇ ਦਿਨੀ ਨਾ ਉਹਨਾਂ ਨੇ ਇੱਕ ਜਦੋਂ ਕੋਈ ਆਪਣਾ ਉਹ ਲੋਕਾਂ ਨਾਲ ਰੂਬਰੂ ਹੋ ਰਹੇ ਸਨ ਸੰਗਤ ਦੇ, ਤਾਂ ਉੱਥੇ ਕੁਝ ਨੌਜਵਾਨ ਆਏ ਜਿਨ੍ਹਾਂ ਨੇ ਕੋਈ ਮਸਲਾ ਸੀ ਉਹਨਾਂ ਦਾ ਧਾਰਮਿਕ ਤੌਰ ਤੇ, ਉਹ ਚਾਹੇ ਈਸਾਈ ਬਣਾਉਣ ਦਾ ਸੀ ਜਾਂ ਕੁਝ ਵੀ ਸੀ, ਤਾਂ ਉਹ ਅੰਮ੍ਰਿਤਪਾਲ ਸਿੰਘ ਕਹਿ ਰਹੇ ਨੇ ਕਿ ਮੇਰੀਆਂ ਕੋਈ ਦੇਵੀ ਵਾਂਗੂ ਇੰਨੀਆਂ ਬਾਹਾਂ ਤੇ ਹੈ ਨਹੀਂ ਗੀਆਂ ਵੀ ਤੁਸੀਂ ਨਹੀਂ ਉੱਥੇ ਇਸ ਨਜਿੱਠ ਸਕਦੇ ਇਸ ਮਸਲੇ ਨੂੰ। ਹੁਣ ਇਸ ਗੱਲ ਨੂੰ ਲੈ ਕੇ ਹਿੰਦੂ ਜਥੇਬੰਦੀ ਜਿਹੜੇ ਨੇ ਧਾਰਮਿਕ ਭਾਵਨਾ ਨੂੰ ਭੜਕਾਉਣ ਦਾ 295 ਇਹ ਲਾਉਣ ਦਾ ਉਸ ਤੇ ਮੰਗ ਕਰ ਰਹੇ ਨੇ। ਦੇਖੋ ਬੇਟਾ, ਉਹ ਲਫ਼ਜ਼ ਕਹਿੰਦਾ ਵੀ ਮੈਂ ਕੋਈ ਦੇਵੀ ਵਾਂਗੂ, ਮੇਰਾ ਇਹ ਤਾਂ ਨਹੀਂ, ਕਿਉਂਕਿ ਸਾਡੇ ਕਲਪਨਾ ਦੇ ਵਿੱਚ ਕੁਝ ਦੇਵੀ ਦੇਵਤੇ ਨੇ ਜਿਨ੍ਹਾਂ ਨੇ ਇੱਕ ਬਾਹਾਂ ਨਹੀਂ, ਦੋ ਬਾਹਾਂ ਨਹੀਂ, 10-10 ਨੇ। 10 ਸਿਰ ਵੀ ਅਸੀਂ ਤਾਂ ਪੈਦਾ ਕਰ ਦਿੰਦੇ ਹਾਂ, ਰੌਂਡ ਦੇ 10 ਸਿਰ ਨਹੀਂ ਲਾਤੇ ਸੀ ਅਸੀਂ ਤਾਂ। ਸ਼ੇਸ਼ ਨਾਗ ਦੇ ਸਿਰ ਤੇ ਉੱਤੇ ਬੰਦਾ ਨਚਾ ਦਿੰਦੇ ਆ। ਨਚਾਇਆ ਕਿ ਨਹੀਂ? ਸਾਰੇ ਆਪਾਂ ਫੋਟੋਆਂ ਵੇਖਦੇ, ਆਪਣੇ ਘਰਾਂ 'ਚ ਲੱਗੀਆਂ, ਸਾਡੇ ਘਰੇ ਵੀ ਲੱਗੀ ਪਈ ਆ, ਠੀਕ ਹੈ ਨਾ। ਇਹ ਕਹਿਣ ਨਾਲ ਕਿਸ ਪ੍ਰਕਾਰ ਦੀ ਭਾਵਨਾ ਭੜਕ ਪਈ ਵੀ ਮੈਂ ਤਾਂ ਇਨਸਾਨ ਹਾਂ, ਤੇ ਨਿੱਕੀ ਮੋਟੀ ਗੱਲ ਜੇ ਤੁਹਾਡੇ ਕੋਲੇ ਹੈਗੀ ਕੋਈ ਸਮੱਸਿਆ, ਤੁਸੀਂ ਬਹਿ ਕੇ ਨਿਬੇੜ ਲਓ। ਮੈਂ ਵੀ ਤਾਂ ਉਹਨੂੰ ਬਹੁਤ ਵਧੀਆ ਤਰਕ ਦਿੱਤਾ ਵੀ ਮੰਨ ਲਓ ਤੁਸੀਂ ਕਿਸੇ ਥਾਂ ਬੈਠੇ ਹੋ, ਸੰਸਥਾ 'ਚ ਬੈਠੇ ਹੋ, ਉਹ ਗੱਲ ਨਿਬੜ ਨਹੀਂ ਰਹੀ ਵੀ ਤੁਸੀਂ ਮੇਰੇ ਕੋਲੇ ਆਏ ਹੋ, ਮੇਰੇ ਕੋਲੇ ਇੰਨੀਆਂ ਕਿੰਨੀਆਂ ਗਵਾਹਾਂ, ਜਾਂ ਮੈਂ ਕਿਹੜਾ ਬਾਹੂਬਲੀਆਂ ਵੀ ਮੈਂ ਜਾ ਕੇ ਤੁਹਾਨੂੰ ਠੀਕ ਕਰ ਦੂੰ। ਵੀ ਤੁਸੀਂ ਸੋਚ ਕੇ ਸਮਝ ਕੇ ਤਰਕ ਨਾਲ ਗੱਲ ਨੂੰ ਨਿਬੇੜੀ ਜਾ ਸਕਦੀ ਆ। ਹਾਂ, ਮੈਂ ਸਮਝਦਾ ਇਹ ਤਾਂ ਉਹਨੇ ਬਹੁਤ ਵਧੀਆ ਗੱਲ ਕੀਤੀ, ਔਰ ਕਿਸੇ ਦੀ ਉਹਨੇ ਨਿੰਦਿਆ ਨਹੀਂ ਕੀਤੀ। ਹਾਂ, ਕਿਉਂਕਿ ਸਾਡੇ ਸੰਕਲਪ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਇੱਕ ਦੇਵੀ ਦੇਵਤੇ ਦਾ ਸੰਕਲਪ ਅਜੇ ਵੀ ਪ੍ਰਵਾਨ ਹੈ। ਅਸੀਂ ਜਿੰਨੇ ਮਰਜ਼ੀ ਗੁਰੂ ਦੇ ਸਿੱਖ ਬਣ ਜਾਈਏ, ਦੇਵੀ ਦੇਵਤਾ ਅਸੀਂ ਫੇਰ ਵੀ ਕਹਿੰਦੇ ਆ ਕਿ ਨਹੀਂ? ਤੇ ਤੁਸੀਂ ਐਂ ਦੱਸੋ, ਕਿਸੇ ਦੇਵੀ ਦੇਵਤੇ ਦੇ ਮੰਦਿਰ ਕੋਲ ਹੀ ਵਗ ਜਾਓ, ਤੁਸੀਂ ਕਦੇ ਇੱਟ ਮਾਰਦੇ ਹੋ? ਠੀਕ ਹੈ, ਜਿਉਂਦੇ ਰਹੋ ਭਾਈ। ਸਿਰ ਝੁਕਾਉਣੇ ਆ, ਸਾਨੂੰ ਪਤਾ ਦੂਜੇ ਬੰਦੇ ਝੁਕਾਈ ਜਾਂਦੇ ਕੋਲ ਦੀ, ਆਪਾਂ ਸਤਿਕਾਰ ਨਾਲ ਲੰਘ ਜਾਂਦੇ ਆ। ਕਿੰਨੇ ਹਿੰਦੂ ਮੁਸਲਮਾਨ ਨੇ ਗੁਰਦੁਆਰੇ ਕੋਲ ਦੀ ਆਉਂਦੇ ਨੇ ਤੇ ਸਿਰ ਝੁਕਾਉਂਦੇ ਨੇ, ਸਿਰ ਢੱਕ ਕੇ ਸਿਰ ਝੁਕਾਉਂਦੇ ਨੇ। ਹਾਂ, ਇਹ ਐਵੇਂ ਗੱਲਾਂ ਨਿੱਕੀਆਂ ਮੋਟੀਆਂ ਗੱਲਾਂ। ਬਾਪੂ ਜੀ, ਤੁਹਾਨੂੰ ਕੋਈ ਨਿੱਜੀ ਸਵਾਲ ਕਰਦਾ, ਗੁੱਸਾ ਤਾਂ ਨਹੀਂ ਕਰਦੇ? ਨਾ, ਕਾਹਦੇ ਵਾਸਤੇ? ਪਿਛਲੇ ਇੰਟਰਵਿਊ ਦੇ ਵਿੱਚ ਤੁਸੀਂ ਗੱਲ ਕਰੀ ਵੀ ਸਾਨੂੰ ਪੱਛਮੀ ਪਹਿਰਾਵਾ ਜਿਹੜਾ ਕੋਟ ਟਾਈਆਂ ਵਾਲਾ ਸਾਡੇ ਤੇ ਮੜਿਆ ਗਿਆ, ਥੋਪਿਆ ਗਿਆ, ਸਾਡਾ ਨਹੀਂ ਸੀ। ਅਸੀਂ ਆਜ਼ਾਦ ਤੌਰ ਤੇ ਜਿਹੜਾ ਸਾਡਾ ਪਹਿਰਾਵਾ ਸੀ, ਜੋ ਵੀ ਭਾਰਤੀ ਪਸੰਦ ਕਰਦੇ ਨੇ, ਮੈਨੂੰ ਆਪਣੇ ਦੇਸ਼ ਮੁਤਾਬਕ, ਮੈਨੂੰ ਤਾਂ ਉਸ ਤੇ ਮਾਣ ਹੈ। ਪਰ ਜਿਹੜੇ ਦਰਸ਼ਕ ਨੇ ਸਾਡੇ ਪਿਆਰੇ, ਤੁਹਾਨੂੰ ਸੰਸਾਰ 'ਚ ਵੇਖ ਰਹੇ ਸਨ, ਉਹਨਾਂ ਦਾ ਕਹਿਣਾ ਸੀ ਕੋਟ ਤੇ ਤੁਸੀਂ ਬਾਪੂ ਆਪ ਪਾਇਆ। ਬਾਬਾ ਬਿਲਕੁਲ ਠੀਕ ਹੈ, ਉਹਨਾਂ ਦਾ ਸਵਾਲ ਬਿਲਕੁਲ ਠੀਕ ਹੈ। ਮੇਰਾ ਮਤਲਬ ਹੈ ਵੀ ਜਦੋਂ ਤੁਸੀਂ ਪੈਂਟ ਕੋਟ ਤੇ ਟਾਈ ਤੇ ਬੂਟ ਲਾ ਕੇ ਆਪਣੇ ਆਪ ਨੂੰ ਕਹਿੰਦੇ ਵੀ ਮੈਂ ਬੜਾ ਜੈਂਟਲਮੈਨ ਲੱਗਦਾ, ਹੁਣ ਮੈਂ ਐਡਵਾਂਸ ਲੱਗਦਾ, ਹੁਣ ਮੈਂ ਮਾਡਰਨ ਲੱਗਦਾ, ਤੇ ਮੈਨੂੰ ਹੁਣ ਜ਼ਿੰਦਗੀ 'ਚ ਜਿਉਣਾ ਪੈ ਗਿਆ, ਜਿਉਣਾ ਆ ਗਿਆ, ਤੇ ਜਿਹੜੇ ਮੈਥੋਂ ਬਗੈਰ ਦੂਜਾ ਭੇਸ ਪਾਈ ਫਿਰਦਾ, ਨਾ ਉਹਨਾਂ ਨੂੰ ਜਿਉਣਾ ਆਇਆ, ਨਾ ਉਹ ਐਡਵਾਂਸ ਲੱਗਦੇ ਆ, ਨਾ ਉਹ ਜੈਂਟਲਮੈਨ ਲੱਗਦੇ ਆ। ਮੈਂ ਇਹ ਜਿਹੀ ਚੀਜ਼ ਦੇ ਬਿਲਕੁਲ ਪੂਰੀ ਤਰ੍ਹਾਂ ਬਰਖਲਾਫ ਹਾਂ। ਹੁਣ ਪਤਲੂਨ ਲਾ ਲਓ, ਆਪਾਂ ਪਾਈ ਫਿਰਦੇ, ਇਹ ਤਾਂ ਯੂਰਪ ਦੇ ਵਿੱਚ ਕਲਾਊਨਿਸ਼ ਡਰੈਸ ਹੈ। ਜਿਹੜੇ ਮਖੌਲ ਦੇ ਪਾਤਰ ਹੁੰਦੇ ਸੀਗੇ ਨਾ, ਉਹਨਾਂ ਦੇ ਪਾਈ ਹੁੰਦੀ ਸੀ ਪਤਲੂਨ ਜੀ, ਮਖੌਲ ਵਾਲੇ ਦੇ। ਜਿਵੇਂ ਆਪਣੇ ਮਖੌਲ ਵਾਲੇ ਪਾਤਰ ਦੇ ਆਪਾਂ ਪੁੱਠਾ ਸਿੱਧਾ ਜਿਹਾ ਕੱਪੜਾ ਪਾ ਦਿੰਦੇ ਆ ਨਾ, ਇਹ ਪਾਈ ਹੁੰਦੀ ਸੀਗੀ। ਮੰਨ ਲਓ ਵੀ ਮੈਂ ਕੋਟ ਪਾਇਆ, ਮੈਂ ਪਾਉਂਦਾ ਨਹੀਂ ਕਦੇ, ਮੇਰਾ ਦੋਸਤ ਹੈ, ਉਹਦਾ ਬਾਪੂ ਜੀ ਮੈਂ ਕੁਦਰਤੀ ਗਿਆ ਸ਼ਾਮ ਦੇ ਵਕਤ, ਮੇਰੇ ਕੋਲੇ ਉਸ ਦਿਨ ਮੈਂ ਚਾਦਰ ਦੀ ਬੁੱਕਲ ਨਹੀਂ ਮਾਰੀ ਸੀ ਲੋਈ ਦੀ, ਤੇ ਪਾਲਾ ਵੀ ਜ਼ਿਆਦਾ ਸੀ, ਹਵਾ ਵੀ ਜ਼ਿਆਦਾ। ਬਾਪੂ ਜੀ ਤੁਸੀਂ ਐਂ ਨਾ ਕਰੋ, ਮੇਰਾ ਕੋਟ ਪਾ ਲਓ। ਮੈਂ ਪੁੱਤ ਮੈਂ ਤਾਂ ਕਦੇ ਪਾਇਆ ਨਹੀਂ, ਕੀ ਫਾਹਾ ਪੈਣ ਲੱਗਿਆ ਇੱਕ ਦਿਨ ਜੇ ਨਾ ਵੀ ਪਾਵਾਂਗੇ ਤਾਂ। ਉਹਦਾ ਬਾਪੂ ਜੀ ਗੱਲ ਕੀ ਹੈ, ਤੁਹਾਨੂੰ ਤੁਸੀਂ ਕੋਈ ਇਹਨੂੰ ਟੌਰ ਨਾਲ ਪਾ ਰਹੇ ਹੋ, ਜਾਂ ਤੁਸੀਂ ਇਹ ਸੋਚਦੇ ਵੀ ਮੈਂ ਹੁਣ ਇਹਦੇ ਨਾਲ ਜੈਂਟਲਮੈਨ ਲੱਗਦਾ, ਆਦਾ ਤੁਹਾਨੂੰ ਹੀਣ ਭਾਵਤਾ ਆਊਗੀ।
ਵੀ ਯਾਰ ਤੈਨੂੰ ਕੋਟ ਪਾਉਣਾ ਪੈ ਗਿਆ ਬਾਈ ਦੇ ਕਹਿਣ ਤੇ, ਪਰ ਤੂੰ ਇਹ ਨਹੀਂ ਵੀ ਮੈਂ ਕੋਟ ਪਾਇਆ ਤੇ ਮੈਂ ਹੁਣ ਦੁਨੀਆ ਤੋਂ ਸਾਰਿਆਂ ਨਾਲੋਂ ਵਧੀਆ। ਔਰ ਪੱਕੀ ਗੱਲ ਹੈ, ਜਦੋਂ ਮੈਂ ਕੋਟ ਚੱਕਦਾ ਨਾ ਮੈਂ ਕਹਿੰਦਾ ਪ੍ਰਕਾਸ਼ ਸਿੰਘ ਯਾਰ ਤੇਰੀ ਆਤਮਾ ਦੇ ਤਾਂ ਇਹ ਅਨੁਕੂਲ ਨਹੀਂ, ਠੀਕ ਹੈ ਤੈਨੂੰ ਠੰਡ ਤੋਂ ਥੋੜਾ ਜਿਹਾ ਨੇ ਬਚਾ ਲਿਆ। ਅੱਜ ਅਸੀਂ ਇਸੇ ਵਜ੍ਹਾ ਤੋਂ ਤੁਹਾਨੂੰ ਬੇਨਤੀ ਕਰੀ ਸੀ ਵੀ ਕੋਟ ਪਾ ਕੇ ਆਇਓ, ਬਿਨਾਂ ਕੋਟ ਤੋਂ ਨਾ ਆ ਜਾਇਓ, ਤੇ ਤੁਸੀਂ ਕੋਟ ਪਾ ਕੇ ਆ ਗਏ ਹੋ, ਠੀਕ ਹੈ। ਤੇ ਆਪਾਂ ਨਾ ਇੱਧਰ ਬਾਪੂ ਜੀ ਤੁਹਾਡੇ ਨਾਲ ਵੀ ਆਉਂਦੇ ਆਗੇ, ਇੱਧਰ ਮੁੜਦੇ ਆ। ਇੱਧਰ ਡਾਕਟਰ ਸਾਹਿਬ ਹੋਰਾਂ ਨੂੰ ਨਾ ਇੱਕ ਇਹਨਾਂ ਨੇ ਧਰਮ ਦੀ ਵਿੱਚ ਆਪਣੀ ਗੱਲ ਚੱਲ ਰਹੀ ਸੀ, ਜਿਸ ਤਰ੍ਹਾਂ ਹੁਣ ਕਿਸੇ ਨਾਲ ਵੀ ਗੱਲ ਕਰ ਲਓ, ਹਿੰਦੂ ਨਾਲ ਗੱਲ ਕਰ ਲਓ, ਉਹ ਕਹਿੰਦਾ ਮੈਨੂੰ ਹਿੰਦੂ ਹੋਣ ਤੇ ਮਾਣ ਹੈ, ਸਿੱਖ ਨੂੰ ਕਹੋ ਕਹਿੰਦਾ ਮੈਨੂੰ ਸਿੱਖ ਹੋਣ ਤੇ ਮਾਣ ਹੈ, ਮੁਸਲਮਾਨ ਨੂੰ ਕਹੋ ਉਹ ਵੀ ਇਦਾਂ ਕਹਿੰਦਾ, ਈਸਾਈ ਵੀ ਇਦਾਂ ਕਹੀ ਜਾਂਦਾ ਹੈ। ਤੁਹਾਡੀ ਉਮਰ ਵਾਹ ਲਗਭਗ 50 ਸਾਲ ਤੋਂ ਉੱਪਰ ਤੁਹਾਡੀ ਉਮਰ ਹੈ, ਪਹਿਲਾਂ ਵੀ ਇਸ ਤਰੀ ਖਤਰਾ ਸੀ ਵਾਹ ਮਤਲਬ ਸਾਰਿਆਂ ਨੂੰ ਮਾਣ ਜਿਹਾ ਹੁੰਦਾ ਸੀ, ਜਾਂ ਪਹਿਲਾਂ ਬਿਨਾਂ ਮਾਣ ਤੋਂ ਫਿਰਦੇ ਹਨ? ਨਹੀਂ, ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਬੋਰ ਜ਼ਰੂਰ ਕਰਾਂਗਾ, ਦਰਸ਼ਕ ਨੂੰ ਵੀ ਬੋਰ ਕਰਾਂਗਾ। ਇਹ ਇੱਕ ਅੰਤਰਰਾਸ਼ਟਰੀ ਕਨਸੈਪਟ ਹੈ ਕਿ ਜਦੋਂ ਕਿਸੇ ਮੁਲਕ 'ਚ ਜਾਗਰਤੀ ਆਉਂਦੀ ਹੈ ਨਾ, ਉੱਥੇ ਧਾਰਮਿਕ ਜਿਹੜੀ ਪਹਿਚਾਣ ਆ ਨਾ ਉਹਨੂੰ ਬੜਾਵਾ ਦਿੱਤਾ ਜਾਂਦਾ। ਜਿਵੇਂ ਕਹਿੰਦੇ ਗਰਵ ਸੇ ਕਹੋ ਹਮ ਹਿੰਦੂ ਹੈ, ਗਰਵ ਸੇ ਕਹੋ ਹਮ ਸਿੱਖ ਹੈ, ਅੱਜ ਕੱਲ ਤੇ ਜਾਤਾਂ ਤੇ ਵੀ ਆ ਗਿਆ, ਗਰਵ ਸੇ ਕਹੋ ਹਮ ਜਾਟ ਹੈ, ਗਰਵ ਸੇ ਕਹੋ ਹਮ ਗੁਜਰ ਹੈ, ਗਰਵ ਸੇ ਕਹੋ ਹਮ ਜਾਦਵ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਉਦੋਂ ਭੜਕਾਈਆਂ ਜਾਂਦੀਆਂ ਨੇ ਜਦੋਂ ਹੁਕਮਰਾਨਾਂ ਨੂੰ ਇਹ ਲੱਗਦਾ ਕਿ ਹੁਣ ਨਾ ਜੋ ਲੋਕਾਂ 'ਚ ਚੇਤਨਤਾ ਆ ਰਹੀ ਹੈ ਤੇ ਇਨਕਲਾਬੀ ਤਾਕਤਾਂ ਅੱਗੇ ਵਧ ਰਹੀਆਂ ਨੇ। ਜਿਵੇਂ ਮਤਲਬ ਕਿਸਾਨ ਅੰਦੋਲਨ ਆ ਗਿਆ ਕੋਈ, ਜਾਂ ਨੌਜਵਾਨਾਂ ਦੇ ਬੇਰੁਜ਼ਗਾਰਾਂ ਦੇ ਅੰਦੋਲਨ ਆ ਗਏ, ਉਦੋਂ ਇਹ ਚੀਜ਼ਾਂ ਭੜਕਾਈਆਂ ਜਾਂਦੀਆਂ ਨੇ, ਔਰ ਇਹਨਾਂ ਚੀਜ਼ਾਂ ਨਾਲ ਸਮਾਜ ਨੂੰ ਅਸੀਂ ਬੜਾ ਪਿੱਛੇ ਲੈ ਜਾਂਦੇ ਹਾਂ। 7 ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਖਤਰਨਾਕ ਨੇ, ਧਰਮ, ਜਾਤ, ਰੰਗ, ਨਸਲ, ਇਲਾਕਾ, ਬੋਲੀ, ਪਹਿਰਾਵਾ। ਇਹ 7 ਭਾਵਨਾਵਾਂ ਭੜਕਾਈਆਂ ਜਾਂਦੀਆਂ ਨੇ। ਜਦੋਂ ਵੀ ਇਹਨਾਂ 7 ਤੇ ਗੱਲ ਹੁੰਦੀ ਹੈ, ਇਸ ਵਿਚਾਰਧਾਰਾ ਨੂੰ ਬੋਲਦੇ ਆ ਨਾਜੀਵਾਦ। ਇਹ ਨਾਜੀਵਾਦੀ ਵਿਚਾਰਧਾਰਾ ਹੈ। ਨਾਜੀਵਾਦੀ ਵਿਚਾਰਧਾਰਾ ਦਾ ਇੱਕ ਵਾਰ ਸਾਰੀਆਂ ਇਨਕਲਾਬੀ ਮੂਵਮੈਂਟਾਂ ਨੂੰ ਖਾ ਜਾਂਦਾ। ਔਰ ਤੁਹਾਨੂੰ ਪਤਾ ਹੋਣਾ ਕਿ ਜਦੋਂ ਈਰਾਨ ਦੇ ਵਿੱਚ ਜਦੋਂ ਇਨਕਲਾਬ ਦੀਆਂ ਗੱਲਾਂ ਹੋ ਰਹੀਆਂ, ਜਦੋਂ ਲੋਕਾਂ ਨੂੰ ਜ਼ਮੀਨ ਦਿੱਤੀ ਜਾ ਰਹੀ ਸੀ ਔਰ ਉਹਦੇ ਵਿੱਚ ਇਹ ਲੱਗ ਰਿਹਾ ਸੀ ਕਿ ਈਰਾਨ ਦੇ ਵਿੱਚ ਇਨਕਲਾਬ ਆਏਗਾ, ਤਾਂ ਕਿਤੇ ਉਹ ਇਹ ਗਲੀਜ ਜਿਹਾ ਬੰਦਾ ਫੜ ਕੇ ਲਿਆਂਦਾ ਉਹਨਾਂ ਨੇ, ਖੁਮੀਨੀ ਕਰਕੇ। ਔਰ ਖੁਮੀਨੀ ਨੂੰ ਪਾਲਿਆ ਕਿੰਨੇ ਸੀ? ਪੱਛਮ ਵਾਲਿਆਂ ਨੇ। ਫਰਾਂਸ 'ਚ ਹੀ ਰਿਹਾ ਉਹ, ਫਰਾਂਸ ਤੋਂ ਬਾਅਦ ਆਇਆ, ਅਮਰੀਕਾ ਦੀ ਮਦਦ ਨਾਲ ਆਇਆ, ਖੁਦ ਮੁੜ ਕੇ ਅਮਰੀਕਾ ਉਹਦੇ ਨਾਲ ਲੜਦਾ ਰਿਹਾ। ਔਰ ਦੁਨੀਆ ਦੇ ਜਿੰਨੇ ਵੀ ਅੱਤਵਾਦੀ ਸੰਗਠਨ ਨੇ, ਆਤੰਕਵਾਦੀ ਸੰਗਠਨ ਨੇ, ਸਾਰਿਆਂ ਨੂੰ ਪੈਸਾ ਕੌਣ ਦਿੰਦਾ? ਅਮਰੀਕਾ। ਸਰਕਾਰਾਂ ਨੂੰ ਸਾਰਿਆਂ ਨੂੰ ਸਪੋਰਟ ਕੌਣ ਦਿੰਦਾ? ਅਮਰੀਕਾ। ਸਾਰਿਆਂ ਨੂੰ ਹਰ ਤਰ੍ਹਾਂ ਦੇ ਹਥਿਆਰਾਂ ਤੱਕ ਕੌਣ ਦਿੰਦਾ? ਅਮਰੀਕਾ। ਮੁੜ ਕੇ ਅਮਰੀਕਾ ਉਹਨਾਂ ਨਾਲ ਲੜਦਾ। ਇਹਦਾ ਮਤਲਬ ਅਮਰੀਕਾ ਹੀ ਚਲਾਕ ਹੋਇਆ ਹੈ। ਦੂਜੇ ਪਾਸੇ ਫੰਡ ਕੌਣ ਦਿੰਦਾ? ਸਾਊਦੀ ਅਰਬੀਆ। ਔਰ ਸਾਊਦੀ ਅਰਬੀਆ ਤੋਂ ਫੰਡ ਆਉਂਦੇ ਨੇ ਹੈ, ਔਰ ਅਮਰੀਕਾ ਤੇ ਸਾਊਦੀ ਅਰਬੀਆ ਯਾਰ। ਇਹਦਾ ਮਤਲਬ ਇਹ ਸਾਰੀ ਦੁਨੀਆ ਦੀ ਸਿਆਸਤ ਤੇ ਯਾਰ ਹੀ ਚਲਾ ਰਿਹਾ ਨਾ। ਤੇ ਉਹ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਜਿਹੜਾ ਅੰਤਰਰਾਸ਼ਟਰੀ ਗੱਲ ਹੈਗੀ ਆ, ਧਾਰਮਿਕ ਜਿਹੜੀ ਪਹਿਚਾਣ ਵਧਾਈ ਜਾਂਦੀ ਆ ਕਿ ਮੈਂ ਸਿੱਖ ਹਾਂ, ਉਹ ਹਿੰਦੂ ਹੈ, ਉਹ ਮੁਸਲਮਾਨ ਹੈ, ਇਹ ਜਿਹੜਾ ਇਹ ਅੰਤਰਰਾਸ਼ਟਰੀ ਏਜੰਡਾ ਹੈਗਾ, ਇਹਨੂੰ ਨਾਜੀਵਾਦੀ ਵਿਚਾਰਧਾਰਾ ਬੋਲਦੇ ਆ। ਇਹ ਉਦੋਂ ਸਾਹਮਣੇ ਲਿਆਂਦੀ ਜਾਂਦੀ ਆ, ਲੋਕਾਂ 'ਚ ਭੜਕਾਈ ਜਾਂਦੀ ਆ, ਜਦੋਂ ਹੁਕਮਰਾਨਾਂ ਨੂੰ ਇਹ ਖਤਰਾ ਹੋ ਜੇ ਵੀ ਕਿਤੇ ਇਹ ਨਾ ਹੋ ਜੇ ਵੀ ਦੁਨੀਆ ਦਾ ਇਤਿਹਾਸ ਇਨਕਲਾਬਾਂ ਵੱਲ ਵੱਧਦਾ ਜਾ ਰਿਹਾ। ਇਨਕਲਾਬਾਂ ਨੂੰ ਤੋੜਨ ਵਾਸਤੇ, ਉਹ ਵਿਚਾਰਧਾਰਾ ਨੂੰ ਤੋੜਨ ਵਾਸਤੇ, ਚੰਗੇ ਪਾਸੇ ਜਾਣ ਵੱਲ ਨੂੰ ਤੋੜਨ ਵਾਸਤੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ। ਜਿਵੇਂ ਤੁਹਾਨੂੰ ਪਤਾ ਹੋਣਾ ਕਿ ਕਿਸਾਨ ਅੰਦੋਲਨ ਚੱਲਿਆ ਸੀਗਾ ਤੇ ਖਾਲਿਸਤਾਨੀ ਮੂਵਮੈਂਟ ਨੂੰ ਨਾਲ ਹੀ ਉਭਾਰਿਆ ਗਿਆ ਹੈ। ਇਸ ਕਰਕੇ ਉਹ ਹੋਰ ਚੀਜ਼ਾਂ ਨੇ, ਜਿਵੇਂ ਹਿੰਦੁਸਤਾਨ ਬੜੇ ਵਧੀਆ ਤਰੀਕੇ ਵੱਲ ਜਾ ਰਿਹਾ ਸੀ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ। ਲੋਕਾਂ ਵਿੱਚ ਇਹ ਭਾਵਨਾ ਆ ਗਈ ਸੀ ਕਿ ਹੁਣ ਜਨਤਾ ਪਾਰਟੀ ਵੀ ਦੇਖ ਲਈ, ਕਾਂਗਰਸ ਵੀ ਦੇਖ ਲਈ, ਹੁਣ ਅਗਲੀ ਪਾਰਟੀ ਅਸੀਂ ਕਮਿਊਨਿਸਟਾਂ ਨੂੰ ਦੇਖਣਾ। ਔਰ ਉਹਦੇ ਵਿੱਚ ਰਾਮ ਮੰਦਰ ਅੰਦੋਲਨ ਉਠਾਇਆ ਗਿਆ। ਕਿਸੇ ਨੂੰ ਰਾਮ ਮੰਦਰ ਦਾ ਪਤਾ ਹੀ ਨਹੀਂ ਸੀ। 1982 ਤੋਂ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ ਰਾਮ ਮੰਦਰ ਕੀ ਚੀਜ਼ ਹੈ। ਔਰ ਉਹ ਮੂਵਮੈਂਟ ਖੜੀ ਕੀਤੀ ਗਈ, ਔਰ ਅੱਜ ਸਾਡਾ ਮੁਲਕ ਕਿੰਨਾ ਪਿੱਛੇ ਚਲਾ ਗਿਆ, ਹਜ਼ਾਰਾਂ ਸਾਲ ਪਿੱਛੇ ਸਾਡੀ ਸੋਚ ਨੂੰ ਲੈ ਕੇ ਚਲੇ ਗਏ। ਇਸ ਕਰਕੇ ਇਹ ਚੀਜ਼ਾਂ ਜਦੋਂ ਬੀਜੇਪੀ ਸਰਕਾਰ ਤਾਂ ਆਪਣੇ ਮੋਦੀ ਸਰਕਾਰ ਤਾਂ ਹੁਣ ਵੱਡੇ ਇਸ਼ਤਿਹਾਰ ਦੇ ਰਹੀ ਹੈ ਵੀ 1 ਜਨਵਰੀ 2024 ਨੂੰ ਉਹਦਾ ਉਦਘਾਟਨ ਹੋਣਾ ਹੈ ਰਾਮ ਮੰਦਰ ਦਾ। ਦੇਖੋ, ਜਿਹੜਾ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ ਤੇ ਰਾਮ ਮੰਦਰ ਦਾ 1980 ਦੇ ਕਰੀਬ ਤੱਕ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਇਹੋ ਜਿਹੀ ਕੋਈ ਮੂਵਮੈਂਟ ਵੀ ਚੱਲਣੀ ਹੈ। ਔਰ ਉਹ ਮੂਵਮੈਂਟ ਚੱਲੀ ਨਾ, ਔਰ ਉਹ ਲੋਕ ਸੱਤਾ ਦੇ ਵਿੱਚ ਸਾਹਮਣੇ ਆ ਗਏ। ਦੇਖੋ, ਅੱਜ ਮੁੱਦਾ ਕੀ ਹੁੰਦਾ ਜਦੋਂ ਇਲੈਕਸ਼ਨ ਹੁੰਦੀ ਹੈ? ਇਲੈਕਸ਼ਨ ਦੇ ਵਿੱਚ ਮੁੱਦਾ ਕੀ ਹੁੰਦਾ? ਮੁੱਦਾ ਇਹ ਹੁੰਦਾ ਕਿ ਇਹ ਗਊ ਹੱਤਿਆ ਹੋ ਰਹੀ ਆ, ਇਹ ਫਲਾਣੇ ਬੰਦੇ, ਇਹ ਹਿੰਦੂ ਮੁਸਲਮਾਨ ਦਾ ਝਗੜਾ ਹੋ ਰਿਹਾ, ਇਹ ਸ਼ਮਸ਼ਾਨ ਕਬਰਸਤਾਨ ਦੀਆਂ ਗੱਲਾਂ ਹੋ ਰਹੀਆਂ ਹੁੰਦੀਆਂ, ਔਰ ਇਹ ਗੱਲਾਂ ਹੋ ਰਹੀਆਂ ਹੁੰਦੀਆਂ। ਮਤਲਬ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੁੰਦਾ, ਔਰ ਫੈਸਲਾ ਹੋ ਰਿਹਾ ਹੁੰਦਾ ਆਉਣ ਵਾਲੀ ਸਰਕਾਰ ਦਾ। ਸਰਕਾਰ ਨੇ ਨਾ ਤੇ ਸਾਨੂੰ ਧਰਮ ਦੇਣਾ, ਨਾ ਸਾਨੂੰ ਗਊ ਮਾਤਾ ਦੇਣੀ, ਨਾ ਸਾਨੂੰ ਕੋਈ ਹੋਰ ਚੀਜ਼ ਦੇਣੀ। ਔਰ ਕੀ ਹੁੰਦਾ ਕਿ
ਉਹਦੇ ਵਿੱਚ ਵੋਟਾਂ ਪਾ ਕੇ ਸਰਕਾਰ ਨੇ ਦੇਣਾ ਹੁੰਦਾ ਸਾਨੂੰ ਸਿਹਤ, ਸਿੱਖਿਆ, ਰੁਜ਼ਗਾਰ, ਸੜਕਾਂ, ਪਾਰਕ, ਰੋਜੀ ਰੋਟੀ ਦੇਣੀ ਹੁੰਦੀ ਆ ਹੈ ਤੇ ਚਰਚਾ ਹੋ ਰਹੀ ਹੁੰਦੀ ਆ ਧਰਮ ਦੀ। ਹੁਣ ਦੂਜੇ ਪਾਸੇ ਦੇਖੋ ਕਿ ਇਸੇ ਹੀ ਸਰਕਾਰ ਨੇ, ਜਿਹੜੀ ਸਰਕਾਰ ਗਊ ਮਾਤਾ ਦੇ ਨਾਂ ਤੇ ਵੋਟਾਂ ਲੈਂਦੀ ਆ, ਇਹਨਾਂ ਨੇ ਲੰਪੀ ਦੇ ਟਾਈਮ ਦੇ ਵਿੱਚ 1,55,337 ਗਊਆਂ ਮਾਰ ਦਿੱਤੀਆਂ, ਔਨ ਰਿਕਾਰਡ ਮਾਰ ਦਿੱਤੀਆਂ, ਔਰ ਕਰੋਨਾ ਦੇ ਟਾਈਮ ਦੇ ਵਿੱਚ 5.5 ਲੱਖ ਬੰਦੇ ਮਾਰ ਦਿੱਤੇ, ਕਿਉਂਕਿ ਕਾਰਪੋਰੇਟ ਘਰਾਣਿਆਂ ਦੀਆਂ ਵੈਕਸੀਨਾਂ ਵੇਚਣੀਆਂ ਸੀ। ਕਾਰਪੋਰੇਟ ਘਰਾਣਿਆਂ ਦੀਆਂ ਵੈਕਸੀਨਾਂ ਵੇਚਣ ਵਾਸਤੇ ਸਰਕਾਰ ਕਿਸੇ ਵੀ ਲੈਵਲ ਤੱਕ ਗਿਰ ਸਕਦੀ ਆ। ਉਦੋਂ ਨਾ ਤੇ ਇਹਨਾਂ ਨੂੰ ਧਰਮ ਯਾਦ ਆਉਂਦਾ, ਨਾ ਇਨਸਾਨੀਅਤ ਯਾਦ ਆਉਂਦੀ ਆ। ਬੰਦਿਆਂ ਦਾ ਕਤਲ ਕਰਨਾ ਹੋਏ ਤਾਂ ਉਹਦੇ ਵਾਸਤੇ ਵੀ ਇਹ ਤਿਆਰ ਰਹਿੰਦੇ ਨੇ, ਗਊਆਂ ਦਾ ਕਤਲ ਕਰਨਾ ਹੋਏ ਤਾਂ ਉਹਦੇ ਵਾਸਤੇ ਵੀ ਤਿਆਰ ਰਹਿੰਦੇ ਨੇ, ਮੁੜ ਕੇ ਵੋਟਾਂ ਵੀ ਗਊ ਦੇ ਨਾਂ ਤੇ ਲੈਣੀਆਂ ਨੇ। ਯਾਨੀ ਕਿ ਧਰਮ ਇਹਨਾਂ ਦੇ ਹੱਥਾਂ 'ਚ ਇੱਕ ਖਿਡੌਣਾ ਹੈ, ਇਹਨਾਂ ਸੱਤਾਧਾਰੀਆਂ ਦੇ ਹੱਥਾਂ 'ਚ ਇੱਕ ਖਿਡੌਣਾ ਹੈ। ਇਹ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਸਮਝਣਾ ਪਏਗਾ ਕਿ ਜਿਹੜਾ ਬੰਦਾ ਇਹ 7 ਗੱਲਾਂ ਕਰੇਗਾ, ਧਰਮ, ਜਾਤ, ਰੰਗ, ਨਸਲ, ਇਲਾਕਾ, ਬੋਲੀ, ਪਹਿਰਾਵਾ, ਉਹ ਬੰਦੇ ਦਾ ਬਾਈਕਾਟ ਹੋਣਾ ਚਾਹੀਦਾ। ਸਮਾਜ ਦੇ ਵਿੱਚੋਂ ਉਹ ਬੰਦਾ ਬਹਿਸ਼ਕ੍ਰਿਤ ਹੋਣਾ ਚਾਹੀਦਾ ਜੀ। ਤੇ ਤੁਸੀਂ ਕਾਰਪੋਰੇਟ ਦੀ ਗੱਲ ਕਰੀਏ, ਸਾਡੇ ਦੇਸ਼ ਦੇ ਵਿੱਚ ਚਾਹੇ ਕਿਸਾਨੀ ਅੰਦੋਲਨ ਨਾਲ ਵੇਲੇ ਜ਼ਿਆਦਾ ਰੌਲਾ ਪਿਆ ਅੰਬਾਨੀਆਂ ਅਡਾਨੀਆਂ ਦਾ, ਤੇ ਦੁਨੀਆ ਦੇ ਜਿਹੜੇ ਪਹਿਲੇ 10 ਬੰਦੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਵੀ ਆ ਗਿਆ, ਤੀਜੇ ਚੌਥੇ ਤੱਕ ਵੀ ਪਹੁੰਚ ਗਏ ਸਨ। ਤੇ ਹੁਣ ਪਿਛਲੇ ਦਿਨੀ ਛਪੀ ਰਿਪੋਰਟ ਜਿਹੜੀ ਹੈ, ਹੁਣ ਧੜਮਦੇ ਨੇ ਉੱਥੋਂ ਬਾਹਰ ਹੀ ਹੋ ਗਏ ਨੇ, 10 ਦੇ ਵਿੱਚੋਂ ਹੀ ਬਾਹਰ ਹੋ ਗਏ ਨੇ। ਦੱਸੋ ਤੁਸੀਂ। ਨਹੀਂ, ਕਾਰਪੋਰੇਟ ਕਮਜ਼ੋਰ ਹੋ ਰਿਹਾ ਤੇ ਜਾਂ ਕੁਝ ਹੋਰ ਹੋ ਰਿਹਾ? ਨਹੀਂ, ਇਹ ਕਾਰਪੋਰੇਟ ਕਮਜ਼ੋਰ ਨਹੀਂ ਹੋ ਰਿਹਾ। ਹੁੰਦਾ ਕੀ ਆ ਕਿ ਕਾਰਪੋਰੇਟਾਂ ਦੇ ਵਿੱਚ ਵੀ ਜਿਹੜੀ ਉਹ ਅੰਦਰ ਖਾਤੇ ਜਿਹੜੀ ਹੁੰਦੀ ਹੈ ਨਾ, ਕੁੱਤਾ ਚਿੱਕੀ ਹੁੰਦੀ ਆ ਇਹਨਾਂ ਦੇ ਆਪੋ 'ਚ, ਭੈੜ ਇਹਨਾਂ ਦੇ ਭੇੜ ਹੁੰਦੇ ਨੇ, ਸ਼ਰੀਕਾ ਹੁੰਦਾ ਇਹਨਾਂ ਦਾ। ਇਹਦੇ ਵਿੱਚ ਕੀ ਹੈ, ਜਿਹੜੀ ਹਿੰਡਨਬਰਗ ਨਾਂ ਦੀ ਏਜੰਸੀ ਆ, ਹਿੰਡਨਬਰਗ ਨਾਂ ਸੀਗਾ ਜਰਮਨੀ ਦੇ ਰਾਸ਼ਟਰਪਤੀ ਦਾ ਹੈ, ਤੇ ਫੀਲਡ ਮਾਰਸ਼ਲ ਵੀ ਸੀਗੇ ਫਸਟ ਵਰਲਡ ਵਾਰ ਦੇ ਵਿੱਚ, ਤੇ ਉਹਨਾਂ ਦੇ ਨਾਂ ਤੇ ਉਹਦਾ ਰੱਖਿਆ ਹੈ। ਤੇ ਉਹਦੇ ਨਾਂ ਦੇ ਉੱਤੇ 에ਅਰਸ਼ਿਪ ਬਣਿਆ ਸੀ ਇੱਕ, ਜਿਹੜਾ ਹਾਈਡਰੋਜਨ ਗੈਸ ਉਹਦੇ 'ਚ ਭਰੀ ਗਈ ਸੀ ਤੇ ਉਹ ਕੇ ਸਵਾਹ ਹੋ ਗਿਆ ਸੀ, ਤੇ ਸਾਰੇ ਸਵਾਰ ਉਹਦੇ ਸੜ ਕੇ ਮਰ ਗਏ ਸੀਗੇ। ਤੇ ਉਹ ਕਹਿਣ ਦਾ ਮਤਲਬ ਇਹ ਸੀ ਕਿ ਉਹ ਇੱਕ ਡਿਜ਼ਾਸਟਰ ਸੀਗਾ। ਐਕਚੁਅਲੀ ਜਿਹੜਾ ਸਿਧਾਂਤ ਦਿੱਤਾ ਸੀ ਸਾਇੰਟਿਸਟਾਂ ਨੇ, ਉਹਦੇ ਵਿੱਚ ਹੀਲੀਅਮ ਗੈਸ ਦਾ ਇਸਤੇਮਾਲ ਹੋਣਾ ਸੀ, ਪਰ ਜਿਹੜੀ ਕੰਪਨੀ ਉਹਨੂੰ ਚਲਾ ਰਹੀ ਸੀ ਉਹਨੂੰ ਲੱਗਿਆ ਕਿ ਹੀਲੀਅਮ ਗੈਸ ਹੁੰਦੀ ਹੈ ਬੜੀ ਮਹਿੰਗੀ, ਤੇ ਉਹਨਾਂ ਨੇ ਹਾਈਡਰੋਜਨ ਗੈਸ ਦਾ ਇਸਤੇਮਾਲ ਕਰ ਲਿਆ, ਤੇ ਹਾਈਡਰੋਜਨ ਗੈਸ ਨੂੰ ਅਚਾਨਕ ਅੱਗ ਲੱਗੀ ਔਰ ਸਾਰੇ ਲੋਕ ਮਰ ਗਏ। ਤੇ ਉਹ ਕਹਿਣ ਦਾ ਮਤਲਬ ਇਹ ਹੋਇਆ ਕਿ ਉਹਦਾ ਮਤਲਬ ਇਹ ਹੁੰਦਾ, ਹਿੰਡਨਬਰਗ ਏਜੰਸੀ ਜਿਹੜੀ ਬਣਾਈ ਗਈ ਆ ਉਹ ਇਸ ਕਰਕੇ ਬਣਾਈ ਗਈ ਆ ਕਿ ਕੋਈ ਹਾਦਸੇ ਇਹੋ ਜਿਹੇ ਹੁੰਦੇ ਨੇ ਜਿਹੜੇ ਟਾਲੇ ਜਾ ਸਕਦੇ ਸੀ ਅਗਰ ਵਕਤ ਤੇ ਧਿਆਨ ਦਿੱਤਾ ਜਾਂਦਾ। ਤੇ ਇਹਨਾਂ ਨੇ ਜਿਹੜੇ ਵੱਡੇ ਵੱਡੇ ਸਕੈਂਡਲ ਪਕੜੇ ਨੇ, ਜਿਵੇਂ ਜੀਨੀਅਸ ਬ੍ਰਾਂਡਸ ਦਾ ਸਕੈਂਡਲ ਇਹਨਾਂ ਨੇ ਪਕੜਿਆ ਸੀ, ਤੇ ਇੱਕ ਹੋਰ ਸਕੈਂਡਲ ਇਹਨਾਂ ਨੇ ਪਕੜਿਆ ਨਾਈਕੋਲਾ ਕੰਪਨੀ ਦਾ। ਨਾਈਕੋਲਾ ਕੰਪਨੀ ਇਲੈਕਟ੍ਰਿਕ ਵਹੀਕਲ ਬਣਾਉਂਦੀ ਆ, ਤੇ ਜੀਨੀਅਸ ਬ੍ਰਾਂਡਸ ਵਾਲੇ ਜਿਹੜੇ ਹੈਗੇ ਨੇ ਉਹ ਟੀਵੀ ਪ੍ਰੋਡਕਸ਼ਨ ਕੰਪਨੀ ਆ। ਤੇ ਇਹਨਾਂ ਨੇ ਇਹ ਕਿਹਾ ਸੀ ਕਿ ਉਸ ਕੰਪਨੀ ਦਾ ਸ਼ੇਅਰ ਜਿਹੜਾ ਹੈਗਾ, ਜਿਹੜਾ 6 ਔਰ 7 ਡਾਲਰ ਦੇ ਵਿਚਕਾਰ ਟ੍ਰੇਡ ਕਰ ਰਿਹਾ ਸੀ, ਵੀ ਇਹ $1.5 ਦਾ ਹੋਣਾ ਚਾਹੀਦਾ, ਇਹ ਓਵਰ ਪ੍ਰਾਈਸਡ ਹੋ ਗਿਆ। ਤੇ ਮੁੜ ਕੇ ਕੀ ਹੋਇਆ ਸੀਗਾ ਕਿ ਉਹ $1.5 ਤੇ ਹੀ ਆ ਕੇ ਸ਼ੇਅਰ ਵਿਕਿਆ ਸੀ। ਇਹ ਹਿੰਡਨਬਰਗ ਏਜੰਸੀ ਨੇ ਦੱਸਿਆ ਸੀ। ਇਦਾਂ ਹੀ ਇਹਨਾਂ ਨੇ ਉਹਦੇ ਬਾਰੇ ਦੱਸਿਆ ਸੀ ਨਿਕੋਲਾ ਦਾ, ਕਿ ਇਹਦਾ ਵੀ ਜਿਹੜਾ ਸ਼ੇਅਰ ਹੈ ਬਹੁਤ ਮਹਿੰਗਾ ਵਿਕ ਰਿਹਾ, ਇੰਨਾ ਮਹਿੰਗਾ ਨਹੀਂ ਵਿਕਣਾ ਚਾਹੀਦਾ, ਬਹੁਤ ਸਸਤਾ ਵਿਕਣਾ ਚਾਹੀਦਾ। ਔਰ ਹੈਰਾਨੀਜਨਕ ਤਰੀਕੇ ਨਾਲ ਜਿਹੜੀ ਪ੍ਰਾਈਸ ਉਹਨਾਂ ਨੇ ਦੱਸੀ ਸੀ, ਮੁੜ ਕੇ ਸ਼ੇਅਰ ਉਸੇ ਹੀ ਪ੍ਰਾਈਸ ਤੇ ਵਿਕਿਆ ਸੀ। ਇਵੇਂ ਅਦਾਨੀ ਬਾਰੇ ਇਹਨਾਂ ਨੇ ਕਿਹਾ ਵਾ ਕਿ ਜਿਹੜੀ ਅਦਾਨੀ ਦੀ ਦੌਲਤ ਹੈ, ਇਹਦੇ ਵਿੱਚ $100 ਬਿਲੀਅਨ ਧੋਖੇ ਨਾਲ ਕਮਾਏ ਗਏ ਨੇ, ਲੋਕਾਂ ਨੂੰ ਗੁੰਮਰਾਹ ਕਰਕੇ ਕਮਾਏ ਗਏ ਨੇ। ਇਹਨਾਂ ਨੇ ਕਾਰੋਬਾਰ ਕਰਕੇ ਪੈਸਾ ਨਹੀਂ ਕਮਾਇਆ, ਲੋਕਾਂ ਨਾਲ ਬੇਈਮਾਨੀ ਕਰਕੇ, ਗੁੰਮਰਾਹ ਕਰਕੇ, ਗਲਤ ਜਾਣਕਾਰੀਆਂ ਦੇ ਕੇ ਪੈਸਾ ਕਮਾਇਆ। $100 ਬਿਲੀਅਨ ਅਡਾਨੀ ਨੇ, ਤੇ ਉਹ ਇਹਨਾਂ ਦਾ ਪੈਸਾ ਨਹੀਂ ਰਹਿਣਾ ਚਾਹੀਦਾ। ਔਰ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਅਦਾਨੀ ਦੇ ਜਿਹੜੇ ਕਾਰੋਬਾਰ ਨੇ ਉਹਨਾਂ ਦਾ ਪੈਸਾ ਉੱਡ ਰਿਹਾ। ਨਹੀਂ, ਇਹਦੇ ਵਿੱਚ ਜਿਵੇਂ LIC ਦੇ ਆਪਾਂ ਪ੍ਰਮੁੱਖ, ਕਿਉਂਕਿ ਵੱਡਾ ਬ੍ਰਾਂਡ ਹੈ ਭਾਰਤ ਦਾ, ਜਿਸ ਤੇ ਭਾਰਤੀ ਲੋਕ ਵੀ ਮਾਣ ਕਰਦੇ ਨੇ। LIC ਨੂੰ ਇੱਕ ਦੁੱਧ ਦੇਣ ਵਾਲੀ ਮੱਝ ਕਿਹਾ ਜਾਂਦਾ। BSNL ਨੂੰ ਵੀ ਅਜਿਹੀ ਕਿਹਾ ਜਾਂਦਾ ਸੀ, ਕਿਉਂਕਿ ਇੱਥੋਂ ਬਹੁਤ ਵੱਡੀ ਜਿਹੜੀ ਇਨਵੈਸਟਮੈਂਟ ਇੱਥੋਂ ਹੋ ਜਾਂਦੀ ਸੀ ਤੇ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ। ਹੁਣ ਜਿਹੜੀ ਇਹ ਅਡਾਨੀ ਵਾਲੀ ਜਿਹੜੀ ਹਿੰਡਨਬਰਗ ਦੀ ਰਿਪੋਰਟ ਛਪੀ ਹੈ, ਇਹਦੇ ਮੁਤਾਬਕ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਵਾਕਈ ਇਹ ਨੁਕਸਾਨ ਹੋ ਗਿਆ LIC ਦਾ, ਜਾਂ ਨਹੀਂ ਅਜਿਹਾ ਕੁਝ ਨਹੀਂ? ਦੇਖੋ ਜੀ, ਇਹਦੇ 'ਚ ਜਿਹੜਾ ਮੇਨ ਨੁਕਤਾ ਹੈ ਤੁਸੀਂ ਮਿਸ ਕਰ ਰਹੇ ਹੋ। ਇਹਦੇ 'ਚ LIC ਇੱਕ ਸਰਕਾਰੀ ਕੰਪਨੀ ਹੈ, ਤੇ ਸਟੇਟ ਬੈਂਕ ਆਫ ਇੰਡੀਆ ਵੀ ਇਨਵੋਲਵ ਹੈ, ਉਹ ਵੀ ਇੱਕ ਸਰਕਾਰੀ ਕੰਪਨੀ ਹੈ। ਇਹਦਾ ਮਤਲਬ ਹੈ ਸਰਕਾਰ ਇਨਵੋਲਵ ਆ। ਤੇ ਸਰਕਾਰ ਜਿਹੜੀ ਚੀਜ਼ ਹੁੰਦੀ ਆ, ਸਰਕਾਰਾਂ ਤੇ ਵਿਕੀਆਂ ਹੋਈਆਂ ਏਜੰਸੀਆਂ ਹੁੰਦੀਆਂ ਨੇ। ਸਰਕਾਰਾਂ ਸਾਡੇ ਪੈਸੇ ਤੇ ਪਲਦੀਆਂ ਨੇ, ਸਾਡੇ ਟੈਕਸਾਂ ਦੇ ਪੈਸੇ ਤੇ ਪਲਦੀਆਂ ਨੇ, ਸਾਨੂੰ ਹੀ ਲੁੱਟਦੀਆਂ ਨੇ ਔਰ ਸਾਡਾ ਹੀ ਬੇੜਾ ਗਰਕ ਕਰਦੀਆਂ ਨੇ। ਜਿਵੇਂ ਕਿ ਸਰਕਾਰਾਂ ਨੇ ਅੱਜ ਕੱਲ੍ਹ, ਮੈਂ ਤਾਂ ਕਹਿੰਦਾ ਹੁੰਦਾ, ਸਰਕਾਰਾਂ ਦੀ ਇਹ ਝੂਠ ਬੋਲਣ ਵਾਲੀ ਮਸ਼ੀਨ ਹੁੰਦੀ ਹੈ। ਸਰਕਾਰ ਬੇਸਿਕਲੀ ਇੱਕ ਝੂਠ ਬੋਲਣ ਵਾਲੀ ਮਸ਼ੀਨ ਹੁੰਦੀ ਹੈ, ਕਿਉਂਕਿ ਸਰਕਾਰਾਂ ਪ੍ਰੋਪੇਗੈਂਡਾ ਚਲਾਉਂਦੀਆਂ ਨੇ। ਦੂਜੇ ਨੰਬਰ ਤੇ ਹੁੰਦੀ ਹੈ ਸਰਕਾਰ ਬੰਦੇ ਮਾਰਨ ਵਾਲੀ ਮਸ਼ੀਨ। ਅੱਛਾ, ਕਰੋਨਾ 'ਚ ਦੇਖ ਲਿਆ ਇਹਨਾਂ ਨੇ ਕਰੀਬ 2 ਕਰੋੜ ਬੰਦੇ ਸਾਰੀ ਦੁਨੀਆ ਤੇ ਮਾਰੇ, ਔਰ 10 ਤੋਂ 12 ਲੱਖ ਗਊਆਂ ਵੀ ਇਹਨਾਂ ਨੇ ਮਾਰੀਆਂ। ਸਰਕਾਰਾਂ ਮਤਲਬ ਤੁਹਾਡੇ ਧਰਮ ਨਾਲ ਵੀ ਖੇਡਦੀਆਂ ਨੇ, ਤੁਹਾਡੇ ਜਜ਼ਬਾਤ ਨਾਲ ਵੀ ਖੇਡਦੀਆਂ ਨੇ, ਸਾਰੇ
ਸਰ ਝੂਠ ਵੀ ਬੋਲਦੀਆਂ ਨੇ। ਦੂਜੇ ਪਾਸੇ ਜਿਹੜਾ ਪੈਸਾ LIC ਦਾ ਸਰਕਾਰੀ ਪੈਸਾ ਹੋ ਗਿਆ ਨਾ, ਮਤਲਬ ਇੱਕ ਤਰ੍ਹਾਂ ਸਰਕਾਰੀ ਕੰਪਨੀ ਹੋ ਗਈ ਨਾ, ਤੇ ਉਹਨਾਂ ਨੂੰ ਲੁੱਟਣ ਵਾਸਤੇ ਕਾਰਪੋਰੇਟ ਘਰਾਣਿਆਂ ਨਾਲ ਇਹ ਹੈਂਡਜਿਨ ਗਲੋਵਜ਼ ਹੁੰਦੇ ਨੇ। ਇਹਨਾਂ ਨੇ ਪੈਸਾ ਲੁਟਵਾਇਆ, ਉਹ ਲੁੱਟਿਆ ਨਹੀਂ, ਅਦਾਨੀ ਨੇ ਨਹੀਂ ਲੁੱਟਿਆ, ਸਰਕਾਰ ਨੇ ਮਿਲ ਕੇ ਲੁਟਵਾਇਆ। ਸਟੇਟ ਬੈਂਕ ਆਫ ਇੰਡੀਆ ਦਾ ਪੈਸਾ ਵੀ ਲੁਟਵਾਇਆ, ਹੁਣ ਹੋਰ ਆ ਜਾਏਗਾ, ਕੱਲ ਨੂੰ ਆ ਜਾਏਗਾ ਪੰਜਾਬ ਨੈਸ਼ਨਲ ਬੈਂਕ ਦਾ ਪੈਸਾ ਲੁੱਟ ਲਿਆ, ਕੱਲ ਨੂੰ ਸੈਂਟਰਲ ਬੈਂਕ ਦਾ ਲੁੱਟ ਲਿਆ। ਇਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਬੈਂਕਾਂ ਦੇ ਪੈਸੇ ਲੁੱਟੇ ਹੋਏ ਨੇ ਜਿਹੜੇ ਬਾਹਰ ਨਹੀਂ ਆ ਰਹੇ ਔਰ ਆਉਣਗੇ। ਅਦਾਨੀ ਦੇ ਉੱਤੇ ਕਰੀਬ 4 ਲੱਖ ਕਰੋੜ ਦਾ ਕਰਜ਼ਾ ਹੈ, ਉਹ ਸਰਕਾਰੀ ਬੈਂਕਾਂ ਦਾ ਹੀ ਹੈ ਨਾ। ਤੇ ਸਰਕਾਰ ਤਾਂ ਇੰਨੀ ਗਿਰੀ ਹੋਈ ਆ, ਸਾਡੀ ਇੰਨੀ ਨੀਚ ਬਣ ਗਈ ਹੋਈ ਆ ਕਿ ਮੋਨੇਟਾਈਜੇਸ਼ਨ ਦੇ ਨਾਂ ਤੇ ਜਿਹੜੇ ਬੈਂਕ ਨੇ ਅਦਾਨੀ ਕੋਲੋਂ ਪੈਸੇ ਲੈਣੇ ਨੇ, ਅੰਬਾਨੀ ਕੋਲੋਂ ਪੈਸੇ ਲੈਣੇ ਨੇ, ਸਰਕਾਰ ਤਾਂ ਉਹ ਬੈਂਕ ਵੀ ਇਹਨਾਂ ਦੇ ਹਵਾਲੇ ਕਰਨ ਜਾ ਰਹੀ ਹੈ। ਜਦੋਂ ਉਹ ਬੈਂਕ ਹੀ ਇਹਨਾਂ ਦੇ ਹਵਾਲੇ ਆ ਜਾਣਗੇ ਤੇ ਉਹ ਸਾਰੇ ਪੈਸੇ ਵੀ ਖਤਮ ਹੋ ਜਾਣੇ ਨੇ, ਕਰਜ਼ੇ ਵੀ ਮਾਫ ਹੋ ਜਾਣੇ। ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਮੁਲਕ ਨੂੰ ਵੇਚਣ ਲੱਗੀ ਹੋਈ ਆ। ਇਹ ਖਾਲੀ ਸਾਡੀ ਸਰਕਾਰ ਨਹੀਂ ਹੈਗੀ, ਇਹ ਦੁਨੀਆ ਦੇ ਉੱਤੇ ਵਰਤਾਰਾ ਹੋ ਰਿਹਾ। ਕਾਰਪੋਰੇਟ ਘਰਾਣੇ ਸਰਕਾਰਾਂ ਨਾਲ ਰਲ ਕੇ ਸਾਰੀ ਦੁਨੀਆ ਦੇ ਆਵਾਮ ਨੂੰ ਲੁੱਟ ਰਹੇ ਨੇ। ਔਰ ਲੋਕਾਂ ਅੱਜ ਕਾਰਪੋਰੇਟ ਦਾ ਨਾਂ ਹੋਣਾ ਚਾਹੀਦਾ ਕੋਡ। ਅਸੀਂ ਕਹਿੰਦੇ ਨੇ ਕਾਰਪੋਰੇਟ ਕੰਪਨੀਆਂ ਨੇ, ਕੋਡ ਕੰਪਨੀਆਂ ਨੇ, ਇਹ ਇਨਸਾਨੀਅਤ ਦਾ ਕੋਡ ਨੇ। ਇਹਨਾਂ ਦਾ ਬੇੜਾ ਗਰਕ ਹੋਣਾ ਚਾਹੀਦਾ, ਇਹਨਾਂ ਨੂੰ ਇੱਥੋਂ ਜਾਣਾ ਚਾਹੀਦਾ। ਇਸ ਕਰਕੇ ਇਹ ਕਾਰਪੋਰੇਟ ਘਰਾਣਿਆਂ ਨੇ ਜਿਹੜੀ ਲੁੱਟ ਮਚਾਈ ਹੋਈ ਹੈ, ਜਿਹੜੀ ਹਿੰਡਨਬਰਗ ਨੇ ਦੱਸ ਦਿੱਤੀ ਹੈ ਕਿ $100 ਬਿਲੀਅਨ ਛੋਟੀ ਰਕਮ ਨਹੀਂ ਹੁੰਦੀ। ਔਰ ਪਤਾ ਨਹੀਂ ਉਹ ਕਿਹੜੀਆਂ ਕੰਪਨੀਆਂ ਹੋਰ ਨੇ ਜਿਨ੍ਹਾਂ ਦੇ ਉੱਤੇ ਅਜੇ ਉਹਨਾਂ ਦੀ ਨਜ਼ਰ ਨਹੀਂ ਪਈ, ਕਿਉਂਕਿ ਉਹਨਾਂ ਦਾ ਨਾਂ ਹੈਗਾ ਵਾ ਐਕਟਿਵਿਸਟ ਸ਼ਾਰਟ ਸੈਲਰ। ਐਕਟਿਵਿਸਟ ਸ਼ਾਰਟ ਸੈਲਰ ਇਹੋ ਹੀ ਕੰਮ ਕਰਦੇ ਨੇ ਜਿਹੜੇ ਉਹ ਕਰ ਰਹੇ ਨੇ, ਔਰ ਉਹ ਕੋਈ ਭਲਾਈ ਨਹੀਂ ਕਰ ਰਹੇ, ਉਹਨਾਂ ਦਾ ਵੀ ਇੱਕ ਕਾਰੋਬਾਰ ਹੈ। ਹਿੰਡਨਬਰਗ ਕਾਰਪੋਰੇਸ਼ਨ ਦਾ ਵੀ ਇਹ ਕਾਰੋਬਾਰ ਹੈ, ਔਰ ਉਹ ਕਾਰੋਬਾਰ ਜਿਹੜਾ ਵਾ ਉਹਦੇ ਨਾਲ ਐਕਸਪੋਜ਼ਰ ਹੋ ਰਹੇ ਨੇ। ਤੇ ਇਹਦਾ ਮਤਲਬ ਇਹ ਹੈਗਾ ਕਿ ਸਿਸਟਮ ਉਹਨਾਂ ਕੁ ਜ਼ਿਆਦਾ ਗਰਕ ਹੋ ਚੁੱਕਾ ਵਾ ਜਿੰਨਾ ਕਿ ਅਸੀਂ ਸੋਚ ਵੀ ਨਹੀਂ ਸਕਦੇ। ਅੰਦਰ ਖਾਤੇ ਤੇ ਬਹੁਤ ਹੀ ਗਲ ਸੜ ਚੁੱਕਾ ਹੈ ਜੀ। ਤੇ ਪਿਛਲੇ ਦਿਨੀ ਤੁਹਾਨੂੰ ਵੀ ਅਸੀਂ ਇੱਕ ਪੋਸਟ ਭੇਜੀ ਸੀ ਬਿਲ ਗੇਟਸ ਹੋਣਾ ਦੀ, ਜਿਸ ਦੇ ਵਿੱਚ ਉਹਨਾਂ ਨੇ ਆਉਣ ਵਾਲੇ ਭਵਿੱਖੀ ਜਿਹੜੀ ਯੋਜਨਾ ਹੈ ਬਿਜਲੀ ਸੈਕਟਰ ਨੂੰ ਲੈ ਕੇ, ਉਹਦੇ ਬਾਰੇ 'ਚ ਉਹਨਾਂ ਨੇ ਦੱਸਿਆ 2050 ਤੱਕ ਸਾਨੂੰ ਅੱਜ ਤੋਂ ਲੈ ਕੇ ਡਬਲ, ਮਤਲਬ ਕਿ ਦੁੱਗਣੀ ਇਸ ਦੀ ਜਿਹੜੀ ਹੈ ਲੋੜ ਵੱਧ ਜਾਣੀ ਹੈ ਬਿਜਲੀ ਦੀ। ਤੇ ਉਹਦੇ ਵਿੱਚ ਉਹਨਾਂ ਨੇ ਇੱਕ ਇਸ਼ਾਰਾ ਵੀ ਦਿੱਤਾ ਕਿ ਵਾਤਾਵਰਨ ਵੀ ਸਾਫ਼ ਹੋਣਾ ਚਾਹੀਦਾ। ਉਹਦੇ ਵਿੱਚ ਇਹ ਗੱਲ ਆ ਜੀ, ਮੈਂ ਤੇ ਉਹ ਗੱਲ ਕਹਾਂਗਾ ਕਿ ਕਿਸੇ ਵਿਦਵਾਨ ਨੇ ਕਿਹਾ ਸੀਗਾ ਕਿ ਜਿਹੜੀਆਂ ਇਹ ਕਾਰਪੋਰੇਟ ਘਰਾਣੇ ਨੇ, ਜਿਹੜਾ ਇਹ ਪੂੰਜੀਵਾਦੀ ਸਿਸਟਮ ਹੈ, ਇਹ ਆਪਣੀ ਕਬਰ ਖੁਦ ਹੀ ਪੁੱਟਦਾ। ਹੁਣ ਇਹ ਨਾ ਕਾਰਪੋਰੇਟ ਸੈਕਟਰ ਵੀ ਆਪਣੀ ਕਬਰ ਖੁਦ ਹੀ ਪੁੱਟ ਰਿਹਾ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਮਤਲਬ ਹੁਣ ਲੋਕਾਂ ਨੂੰ ਮਤਲਬ ਕਰਿਆਨਾ ਵੀ ਵੇਚ ਰਹੀਆਂ ਨੇ, ਲੋਕਾਂ ਨੂੰ ਸਬਜ਼ੀਆਂ ਵੀ ਵੇਚ ਰਹੀਆਂ ਨੇ, ਔਰ ਲੋਕਾਂ ਦੀਆਂ ਮਤਲਬ ਹਜਾਮਤਾਂ ਵੀ ਕਰ ਰਹੀਆਂ ਨੇ, ਮਤਲਬ ਹਰ ਤਰੀਕੇ ਨਾਲ। ਔਰ ਮੈਡੀਕਲ ਦੇ ਵਿੱਚ ਉਹ ਤੁਹਾਡੀਆਂ ਲੈਬਾਰਟਰੀਆਂ ਵੀ ਚਲਾ ਰਹੀਆਂ ਨੇ, ਟੈਸਟ ਵੀ ਕਰ ਰਹੀਆਂ ਨੇ, ਹਸਪੀਟਲ ਵੀ ਖੋਲ ਰਹੀਆਂ ਨੇ। ਸਾਰੇ ਪਾਸੇ ਕਾਰਪੋਰੇਟ ਹੀ ਹੋ ਰਿਹਾ। ਇਹਦਾ ਮਤਲਬ ਹੈ ਕਿ ਇੱਕ ਪੰਜਾਬੀ 'ਚ ਕਹਾਵਤ ਹੁੰਦੀ ਹੈ ਕਿ ਜਦੋਂ ਕੁੱਤੇ ਦੀ ਮੌਤ ਹੁੰਦੀ ਹੈ ਨਾ ਤਾਂ ਮਸੀਤੇ ਚੜ੍ਹ ਜਾਂਦਾ ਹੁੰਦਾ। ਇਹ ਕਾਰਪੋਰੇਟ ਘਰਾਣੇ ਹੁਣ ਮਸੀਤੇ ਚੜ੍ਹ ਗਏ ਨੇ। ਇਹ ਸਿਸਟਮ ਦਾ ਬੇੜਾ ਗਰਕ ਹੋਣਾ, ਲੋਕਾਂ ਨੇ ਉੱਠਣਾ। ਲੋਕੀ ਜ਼ਿਆਦਾ ਦੇਰ ਤੱਕ ਇਹ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਅੰਦੋਲਨ ਫੇਲ ਹੋ ਗਿਆ, ਆਪਾਂ ਜਾਣਦੇ ਹਾਂ, ਪੂਰੀ ਤਰ੍ਹਾਂ ਫੇਲ ਹੋ ਗਿਆ। ਔਰ ਪ੍ਰਧਾਨ ਮੰਤਰੀ ਉਹਨਾਂ ਨਾਲ ਚਾਲ ਖੇਡ ਗਏ ਔਰ ਕਾਨੂੰਨਾਂ ਨੂੰ ਵਾਪਸ ਲੈ ਕੇ ਹਕੀਕਤ ਦੇ ਵਿੱਚ ਕਾਨੂੰਨ ਉਹਨਾਂ ਨੇ ਲਾਗੂ ਕਰ ਦਿੱਤੇ ਨੇ। ਅਸੀਂ ਜਾਣਦੇ ਹਾਂ ਸਾਰੀ ਗੱਲ ਨੂੰ। ਪਰ ਕਿਸਾਨ ਅੰਦੋਲਨ ਇੱਕ ਗੱਲ ਕਰ ਗਿਆ, ਲੋਕਾਂ ਨੂੰ ਜਾਗਰਤ ਕਰ ਗਿਆ, ਲੋਕਾਂ ਨੂੰ ਇਹ ਸਿਖਾ ਗਿਆ ਕਿ ਕਾਰਪੋਰੇਟ ਘਰਾਣੇ ਹੀ ਸਰਕਾਰਾਂ ਚਲਾਉਂਦੇ ਨੇ। ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਕੰਟਰੋਲ ਨਹੀਂ ਕਰਦੀਆਂ, ਬਲਕਿ ਉਲਟਾ ਕਾਰਪੋਰੇਟ ਘਰਾਣੇ ਲੋਕਾਂ ਨੂੰ ਸਰਕਾਰਾਂ ਨੂੰ ਕੰਟਰੋਲ ਕਰ ਰਹੇ ਨੇ। ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਚੁੱਕੀ ਆ। ਇੱਥੇ ਇਨਕਲਾਬ ਦੀ ਜ਼ਮੀਨ ਤਿਆਰ ਹੋ ਗਈ ਆ। ਹੁਣ ਮਤਲਬ ਜਿੱਦਾਂ ਕਹਿੰਦੇ ਨਾ ਵੱਤ ਆ ਗਈ ਜ਼ਮੀਨ ਤੇ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰ ਦਿੱਤੀ ਗਈ ਆ। ਹੁਣ ਇਹ ਬੁੱਧੀਜੀਵੀਆਂ ਦਾ ਕੰਮ ਆ, ਸਾਡੇ ਵਰਗੇ ਲੋਕਾਂ ਦਾ ਕੰਮ ਆ ਲੋਕਾਂ ਨੂੰ ਇਹ ਗੱਲਾਂ ਦੱਸਣ, ਤਾਂ ਕਿ ਆਉਣ ਵਾਲੇ ਇਨਕਲਾਬ ਦੀ ਜਿਹੜੀ ਹੈਗੀ ਆ ਉਹ ਨੀਂਹ ਪੱਥਰ ਰੱਖਿਆ ਜਾਏ ਤੇ ਉਹਨੂੰ ਕੰਪਲੀਟ ਕੀਤਾ ਜਾਏ ਜੀ। ਸੋ ਇਹ ਸਨ ਡਾਕਟਰ BS ਔਲਖ ਤੇ ਬਾਪੂ ਬਲਕੌਰ ਸਿੰਘ, ਜਿਨ੍ਹਾਂ ਨੇ ਬੇਬਾਕੀ ਨਾਲ ਆਪਣੇ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਦਿੱਤੇ ਨੇ। ਕੈਮਰਾਮੈਨ ਸੋਨੂ ਵਿਰਕ ਦੇ ਨਾਲ ਮੈਂ ਸਾਹਿਬ ਸਿੰਘ ਵਿਰਕ, ਨਾਭਾ। ਧੰਨਵਾਦ।